ਸਤਿ ਸ਼੍ਰੀ ਅਕਾਲ PNCN ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਹੈਡਲਾਈਨਸ ਦੇ ਨਾਲ ਕਰਾਂਗੇ। ਕੈਨੇਡਾ ਦੇ ਕਿਹੜੇ ਸ਼ਹਿਰਾਂ ਵਿੱਚ ਘਰਾਂ ਦੇ ਕਿਰਾਏ ਸਭ ਤੋਂ ਜ਼ਿਆਦਾ? ਤਾਜ਼ਾ ਜਾਰੀ ਰਿਪੋਰਟ ਦੀ ਸੂਚੀ ਬਾਰੇ ਦੱਸਾਂਗੀ। ਕੈਨੇਡਾ ਦੀ ਜੇਲ੍ਹ ਤੋਂ ਨਸ਼ਾ ਤਸਕਰੀ ਦਾ ਰੈਕੇਟ ਚਲਾਉਣ ਵਾਲੇ ਅਮਰੀਕੀ ਨੂੰ 33 ਸਾਲ ਦੇ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ। ਟੋਰਾਂਟੋ ਵਿੱਚ ਗੋਲੀਆਂ ਚੱਲੀਆਂ, ਮ੍ਰਿਤਕ ਨੌਜਵਾਨ ਦੀ ਪੁਲਿਸ ਨੇ ਦੱਸੀ ਪਛਾਣ। ਕੈਨੇਡਾ ਵਿੱਚ ਆਉਣ ਵਾਲੇ ਇੰਟਰਨੈਸ਼ਨਲ ਯਾਤਰੀਆਂ ਦੇ ਲਈ ਕੋਵਿਡ-19 ਟੈਸਟ ਦੀ ਰਿਪੋਰਟ ਦੇ ਬਾਰੇ ਅੱਜ ਕੈਨੇਡਾ ਸਰਕਾਰ ਨੇ ਕੀ ਕਿਹਾ, ਇਸ ਦੇ ਬਾਰੇ ਦੱਸਾਂਗੀ। ਕੋਵਿਡ-19 ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਰਾਜਧਾਨੀ ਓਟਾਵਾ ਵਿੱਚ ਇੱਕ ਵਪਾਰ ਬੰਦ ਕੀਤਾ ਗਿਆ। ਕੈਲਗਰੀ ਡਾਊਨਟਾਊਨ ਵਿੱਚ 3 ਜਣਿਆਂ ਦੇ ਚਾਕੂ ਮਾਰਨ ਵਾਲਾ ਗ੍ਰਿਫਤਾਰ, 2 ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਤਰ੍ਹਾਂ ਦੀ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਇਸ ਸਮੇਂ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕੈਨੇਡਾ ਵਿੱਚ ਕਿਰਾਏ ਦੇ ਘਰਾਂ ਵਾਸਤੇ ਸਭ ਤੋਂ ਜ਼ਿਆਦਾ ਮਹਿੰਗੇ ਸ਼ਹਿਰਾਂ ਵਿੱਚ ਚੌਥੇ ਨੰਬਰ ਦੇ ਉੱਤੇ ਕਲੋਨਾ ਦਾ ਨਾਮ ਆਇਆ ਹੈ। ਇਸ ਰਿਪੋਰਟ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਆਖਿਰ ਕੈਨੇਡਾ ਵਿੱਚ ਇਸ ਸਮੇਂ ਜੋ ਕਿਰਾਏ ਦੇ ਉੱਤੇ ਘਰ ਜਾਂ ਫਿਰ ਅਪਾਰਟਮੈਂਟ ਲਏ ਜਾਂਦੇ ਨੇ, ਬੇਸਮੈਂਟ ਲਈ ਜਾਂਦੀ ਹੈ, ਤਾਂ ਉਹਨਾਂ ਵਿੱਚ ਸਭ ਤੋਂ ਜ਼ਿਆਦਾ ਮਹਿੰਗਾਈ ਕਿਹੜੇ ਸ਼ਹਿਰਾਂ ਦੇ ਵਿੱਚ ਹੈ, ਜਿਸ ਦੇ ਬਾਰੇ ਇਹ ਜਾਣਕਾਰੀ ਵੈਬਸਾਈਟ jumper.com ਦੇ ਉੱਤੇ ਜਾਰੀ ਕੀਤੀ ਗਈ ਹੈ। ਜੰਪਰ ਜਿਨ੍ਹਾਂ ਦੇ ਵੱਲੋਂ ਇਹ ਰਿਸਰਚ ਕੀਤੀ ਗਈ, ਸਰਵੇਖਣ ਕੀਤਾ ਗਿਆ, ਜਿਸ ਤੋਂ ਬਾਅਦ ਇਹ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਦੱਸਿਆ ਗਿਆ ਕਿ ਜੇਕਰ ਇੱਕ ਬੈਡਰੂਮ ਦਾ ਅਪਾਰਟਮੈਂਟ ਕਲੋਨਾ ਵਿੱਚ ਲਿਆ ਜਾਵੇ ਤਾਂ ਔਸਤਨ ਉਸ ਦਾ ਰੇਟ ਇਸ ਸਮੇਂ $1610 ਪ੍ਰਤੀ ਮਹੀਨਾ ਚੱਲ ਰਿਹਾ ਹੈ। ਤੇ ਇਸ ਨਾਲ ਹੀ ਵੈਨਕੂਵਰ ਦੀ ਜੇਕਰ ਗੱਲ ਕਰੀਏ, ਸਭ ਤੋਂ ਜ਼ਿਆਦਾ ਮਹਿੰਗਾਈ ਵੈਨਕੂਵਰ ਵਿੱਚ ਇਸ ਰਿਪੋਰਟ ਦੇ ਵਿੱਚ ਦਰਸਾਈ ਗਈ ਹੈ, ਜਿੱਥੇ ਕਿ 2130 ਪ੍ਰਤੀ ਮਹੀਨੇ ਦੇ ਹਿਸਾਬ ਦੇ ਨਾਲ ਇੱਕ ਬੈਡਰੂਮ ਦੇ ਅਪਾਰਟਮੈਂਟ ਦਾ ਕਿਰਾਇਆ ਦੱਸਿਆ ਗਿਆ ਹੈ। 5ਵੇਂ ਨੰਬਰ ਦੇ ਉੱਤੇ $1600 ਦੇ ਹਿਸਾਬ ਨਾਲ ਵਿਕਟੋਰੀਆ ਹੈ। ਓਟਾਵਾ $1500 ਪ੍ਰਤੀ ਮਹੀਨਾ ਦੇ ਹਿਸਾਬ ਨਾਲ ਇੱਕ ਬੈਡਰੂਮ ਦਾ ਅਪਾਰਟਮੈਂਟ, ਜੋ ਕਿ 7ਵੇਂ ਨੰਬਰ ਦੇ ਉੱਤੇ ਹੈ। 10ਵੇਂ ਨੰਬਰ ਦੇ ਉੱਤੇ ਹੈਮਿਲਟਨ ਹੈ। ਦੂਜੇ ਨੰਬਰ ਦੇ ਉੱਤੇ ਟੋਰਾਂਟੋ ਹੈ, ਜੋ ਇਹ ਜਾਣਕਾਰੀ ਸਮੇਂ ਸਾਂਝੀ ਕੀਤੀ ਗਈ ਹੈ। ਵੈਨਕੂਵਰ ਵਿੱਚ ਜੇਕਰ 2 ਬੈਡਰੂਮ ਦਾ ਅਪਾਰਟਮੈਂਟ ਜਾਂ ਫਿਰ ਜੋ ਬੇਸਮੈਂਟ ਹੈ ਉਹ ਦੇਖੀ ਜਾਵੇ ਤਾਂ $2900 ਤੱਕ ਪ੍ਰਤੀ ਮਹੀਨਾ ਕਿਰਾਇਆ ਇਸ ਸਮੇਂ ਲਿਆ ਜਾ ਰਿਹਾ ਹੈ। ਟੋਰਾਂਟੋ ਜਿਵੇਂ ਕਿ ਤੁਹਾਨੂੰ ਦੱਸਿਆ ਦੂਜੇ ਨੰਬਰ ਦੇ ਉੱਤੇ ਹੈ, ਤਾਂ ਉੱਥੇ ਇੱਕ ਬੈਡਰੂਮ $1800 ਤੇ 2 ਬੈਡਰੂਮ $2250 ਤੱਕ ਮਿਲ ਰਿਹਾ ਹੈ। ਇਸ ਸਮੇਂ ਘਰ ਖਰੀਦਣਾ ਕੈਨੇਡਾ ਦੇ ਵਿੱਚ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ। ਇਸੇ ਨੂੰ ਲੈ ਕੇ ਚੋਣਾਂ ਦੇ ਦੌਰਾਨ ਵੀ ਕਾਫੀ ਇਹ ਮੁੱਦਾ ਭਖਿਆ ਰਿਹਾ। ਸੂਬਾ ਸਰਕਾਰਾਂ ਹੋਣ ਚਾਹੇ ਕੈਨੇਡਾ ਸਰਕਾਰ ਹੋਵੇ, ਵੱਖੋ ਵੱਖਰੇ ਵਾਅਦੇ ਉਹਨਾਂ ਵੱਲੋਂ ਕੀਤੇ ਜਾ ਰਹੇ ਨੇ, ਪਰ ਦਿਨ ਬ ਦਿਨ ਘਰਾਂ ਦੀਆਂ ਕੀਮਤਾਂ ਤੇ ਨਾਲ ਹੀ ਕਿਰਾਏ ਵੱਧਦੇ ਹੀ ਜਾ ਰਹੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤਾਂ ਜਿਵੇਂ ਕਿ ਹੁਣ ਇਜਾਜ਼ਤ ਦਿੱਤੀ ਜਾ ਰਹੀ ਹੈ, ਜਨਵਰੀ 2022 ਤੋਂ ਕਿਰਾਏ ਵਧਾਏ ਜਾ ਸਕਦੇ ਨੇ ਕਾਨੂੰਨੀ ਰੂਪ ਦੇ ਵਿੱਚ ਵੀ, ਜੋ ਕਿ ਦਸੰਬਰ 31, 2021 ਤੱਕ ਫ੍ਰੀਜ਼ ਕੀਤੇ ਹੋਏ ਨੇ ਕਿ ਕੋਵਿਡ-19 ਦੇ ਕਰਕੇ ਜੋ ਫੈਸਲਾ ਲਾਗੂ ਕੀਤਾ ਗਿਆ ਸੀ। ਹੁਣ ਅਗਲੀ ਖਬਰ ਦੇ ਵੱਲ ਕਰਦੇ ਹਾਂ। ਇੱਕ ਅਮਰੀਕੀ ਵਾਸੀ ਨੂੰ ਕੈਨੇਡਾ ਦੇ ਵਿੱਚ ਜੋ ਕੈਨੇਡਾ ਦੀ ਜੇਲ੍ਹ ਤੋਂ ਰੈਕੇਟ ਚਲਾਉਣ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਤੇ ਉਸ ਤੋਂ ਬਾਅਦ ਉਸ ਦੇ ਲਈ 33 ਸਾਲ ਦੇ ਵਾਸਤੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ, ਜਿਸ ਦੇ ਬਾਰੇ ਜਾਣਕਾਰੀ ਦੱਸੀ ਗਈ ਕਿ ਇੱਕ ਇੰਟਰਨੈਸ਼ਨਲ ਫੈਂਟਨਲ ਦਾ ਤਸਕਰੀ ਕੀਤੀ ਜਾ ਰਹੀ ਸੀ। ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ, ਇੱਕ ਪੂਰਾ ਰੈਕੇਟ ਚਲਾਇਆ ਜਾ ਰਿਹਾ ਸੀ। ਕੈਨੇਡੀਅਨ ਜੇਲ੍ਹਾਂ ਦੇ ਵਿੱਚੋਂ ਇਹ ਅਜਿਹਾ ਕੀਤਾ ਜਾ ਰਿਹਾ ਸੀ, ਜਿਸ ਦਾ ਇਹ ਦਾਅਵਾ ਕੀਤਾ ਗਿਆ ਹੈ। ਵੀਰਵਾਰ ਨੂੰ ਇਸ ਦੇ ਬਾਰੇ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਸੀ ਕਿ US ਡਿਪਾਰਟਮੈਂਟ ਆਫ ਜਸਟਿਸ ਨੇ ਸਟੀਵਨ ਬੈਰੋਸ ਪਿੰਟੋ ਦੇ ਲਈ, ਜਿਸ ਦੀ ਉਮਰ 40 ਸਾਲ ਹੈ, 33 ਸਾਲ ਦੇ ਲਈ ਯਾਨੀ ਕਿ 400 ਮਹੀਨਿਆਂ ਦੇ ਲਈ ਜੇਲ੍ਹ ਦੀ ਸਜ਼ਾ ਦਾ ਐਲਾਨ ਕੀਤਾ, ਜਿਸ ਦੇ ਉੱਤੇ ਕਈ ਮਾਮਲੇ ਦਰਜ ਕੀਤੇ ਗਏ ਨੇ। ਇਸ ਤੋਂ ਪਹਿਲਾਂ ਪਿੰਟੋ ਦੇ ਨਾਲ ਕੰਮ ਕਰਨ ਵਾਲੇ 36 ਸਾਲਾ ਐਂਥਨੀ ਸੈਂਟੋਸ ਨੂੰ 30 ਸਾਲ ਦੇ ਵਾਸਤੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਜੁਲਾਈ 30 ਦੇ ਦਿਨ ਜੋ ਇਹ ਨਸ਼ਾ ਤਸਕਰੀ ਦਾ ਕੰਮ ਹੋ ਰਿਹਾ ਸੀ, ਉਸ ਦੇ ਵਿੱਚ ਜੋ ਇਹ ਰੈਕੇਟ ਹੈ ਇੰਟਰਨੈਸ਼ਨਲ ਪੱਧਰ ਦੇ ਉੱਤੇ ਚੱਲ ਰਿਹਾ ਸੀ, ਜਿਸ ਦੇ ਵਿੱਚ ਅਮਰੀਕਾ, ਕੈਨੇਡਾ, ਚਾਈਨਾ ਤੱਕ ਨਸ਼ੇ ਦੀ ਸਪਲਾਈ ਕੀਤੀ ਜਾ ਰਹੀ ਸੀ। ਹੁਣ ਅਗਲੀ ਖਬਰ ਦੇ ਵੱਲ ਕਰਦੇ ਹਾਂ। ਟੋਰਾਂਟੋ ਦੇ ਵਿੱਚ ਸ਼ਨੀਵਾਰ ਦੀ ਸਵੇਰ ਨੂੰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਵਿੱਚ ਇੱਕ ਮੌਤ ਵੀ ਹੋਈ ਹੈ। ਪੁਲਿਸ ਨੇ ਮ੍ਰਿਤਕ ਦੀ ਪਛਾਣ ਵੀ ਜਨਤਕ ਕਰ ਦਿੱਤੀ ਹੈ। ਸ਼ਨੀਵਾਰ ਦੀ ਸਵੇਰ ਨੂੰ ਨਾਰਥ ਯਾਰਕ ਦੇ ਵਿੱਚ ਇੱਕ 27 ਸਾਲਾ ਨੌਜਵਾਨ ਦੀ ਮੌਤ ਹੋਈ, ਜਿਸ ਤੇ ਗੋਲੀਆਂ ਮਾਰੀਆਂ ਗਈਆਂ। ਟੋਰਾਂਟੋ ਪੁਲਿਸ ਨੇ ਉਸ ਨੌਜਵਾਨ ਦੀ ਪਛਾਣ ਨੂੰ ਜਨਤਕ ਕਰ ਦਿੱਤਾ ਹੈ।
ਜਿਸ ਦੇ ਬਾਰੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੈਪਰਡ ਐਵੇਨਿਊ ਦੇ ਨੇੜੇ ਸਵੇਰੇ 1:45 ਦੇ ਕਰੀਬ ਦਾ ਸਮਾਂ ਸੀ ਜਦੋਂ ਉਹਨਾਂ ਨੂੰ ਗੋਲੀਆਂ ਚੱਲਣ ਦੇ ਬਾਰੇ ਪਤਾ ਲੱਗਿਆ। ਪੁਲਿਸ ਨੇ ਦੱਸਿਆ ਕਿ ਜਦੋਂ ਉਹ ਮੌਕੇ ਦੇ ਉੱਤੇ ਪਹੁੰਚੇ ਤਾਂ ਉੱਥੇ ਵਾਹਨ ਦੇ ਵਿੱਚ ਇੱਕ ਵਿਅਕਤੀ ਮੌਜੂਦ ਸੀ ਜਿਸ ਤੇ ਕਈ ਗੋਲੀਆਂ ਲੱਗੀਆਂ ਹੋਈਆਂ ਸਨ, ਜਿਸ ਨੂੰ ਮੌਕੇ ਦੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਦੀ ਪਛਾਣ ਰੈਂਡੀ ਨਿਗੁਐਨ ਵਜੋਂ ਹੋਈ ਹੈ ਜੋ ਕਿ ਕੈਂਬਰਿਜ ਦਾ ਹੈ। ਜਿਸ ਦੇ ਬਾਰੇ ਪੁਲਿਸ ਨੇ ਦੱਸਿਆ ਕਿ ਹਜੇ ਕਿਸੇ ਵੀ ਸ਼ੱਕੀ ਦੇ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਮਿਲੀ, ਪਰ ਇਸ ਸਮੇਂ ਉਹ ਕੋਸ਼ਿਸ਼ ਕਰ ਰਹੇ ਨੇ ਕਿ ਜਦੋਂ ਗੋਲੀਆਂ ਚੱਲਣ ਦਾ ਇਹ ਮਾਮਲਾ ਸਾਹਮਣੇ ਆਇਆ ਤਾਂ ਉੱਥੇ ਜੇਕਰ ਕੋਈ ਵੀ ਚਸ਼ਮਦੀਦ ਮੌਜੂਦ ਸੀ ਤਾਂ ਉਸ ਦੇ ਵੱਲੋਂ ਪੁਲਿਸ ਨਾਲ ਸੰਪਰਕ ਕਰਕੇ ਜਾਣਕਾਰੀ ਜ਼ਰੂਰ ਦਿੱਤੀ ਜਾਵੇ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਿੱਚ ਸਾਲ 2021 ਦੌਰਾਨ ਹੋਇਆ ਇਹ 66ਵਾਂ ਕਤਲ ਹੈ, ਜਿਸ ਦੇ ਵਿੱਚ ਇਸ ਵਿਅਕਤੀ ਦੀ ਪਛਾਣ ਜੋ ਦੱਸੀ ਗਈ ਹੈ ਉਸ ਦੀ ਤਸਵੀਰ ਵੀ ਜਾਰੀ ਕੀਤੀ ਗਈ ਹੈ। ਪੁਲਿਸ ਨੇ ਕਿਹਾ ਕਿ ਗੋਲੀਆਂ ਚੱਲਣ ਦੇ ਇਸ ਮਾਮਲੇ ਦੇ ਬਾਰੇ ਜੇਕਰ ਕਿਸੇ ਦੇ ਕੋਲ ਕੋਈ ਵੀਡੀਓ ਵੀ ਮੌਜੂਦ ਹੋਵੇ, ਡੈਸ਼ ਕੈਮ ਫੁਟੇਜ ਹੋਵੇ ਕਿਸੇ ਕੋਲ, ਤਾਂ ਉਹਨਾਂ ਦੇ ਨਾਲ 416 808 2222 ਤੇ ਫੋਨ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ, ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਅਗਲੀ ਖਬਰ ਹੈ ਕਿ ਵਿਕਟੋਰੀਆ ਪੁਲਿਸ ਨੇ ਇੱਕ ਲੜਕੀ ਨੂੰ ਲੱਭਣ ਦੇ ਵਾਸਤੇ ਸਹਿਯੋਗ ਦੀ ਮੰਗ ਕੀਤੀ ਹੈ ਜਿਸ ਦੀ ਉਮਰ 16 ਸਾਲ ਹੈ ਤੇ ਉਹ ਲਾਪਤਾ ਹੈ, ਜਿਸ ਦੇ ਬਾਰੇ ਪੁਲਿਸ ਨੇ ਕਿਹਾ ਹੈ ਕਿ ਉਸ ਦੀ ਸੁਰੱਖਿਆ ਨੂੰ ਲੈ ਕੇ ਇਸ ਸਮੇਂ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਜਿਸ ਲਈ ਪੈਟਰੋਲ ਆਫੀਸਰਸ ਦੇ ਵੱਲੋਂ ਸਹਿਯੋਗ ਦੀ ਮੰਗ ਕੀਤੀ ਗਈ ਹੈ। ਲੀਆ ਬਾਰਕਰ ਉਸ ਲੜਕੀ ਦਾ ਨਾਮ ਦੱਸਿਆ ਗਿਆ ਹੈ ਜੋ ਕਿ 16 ਸਾਲਾ ਕੋਕੇਸ਼ੀਅਨ ਲੜਕੀ ਹੈ, 5 ਫੁੱਟ 8 ਇੰਚ ਤੱਕ ਉਸ ਦਾ ਕੱਦ ਹੈ, ਜਿਸ ਦਾ ਭਾਰ 120 ਪੌਂਡ ਤੱਕ ਦੱਸਿਆ ਗਿਆ ਹੈ, ਜਿਸ ਦੇ ਲਾਲ ਰੰਗ ਦੇ ਵਾਲ ਨੇ, ਉਸਨੇ ਰੰਗੇ ਹੋਏ ਨੇ ਵਾਲ, ਤੇ ਉਸ ਦੀ ਜੋ ਇਹ ਫੋਟੋ ਹੈ ਉਹ ਪੁਲਿਸ ਨੇ ਸਾਂਝੀ ਕੀਤੀ ਹੈ, ਤੁਸੀਂ ਦੇਖ ਸਕਦੇ ਹੋ। ਆਖਰੀ ਵਾਰ ਲੀਆ ਨੂੰ ਵਿਕਟੋਰੀਆ ਦੇ ਡਾਊਨਟਾਊਨ ਵਿੱਚ ਦੇਖਿਆ ਗਿਆ ਸੀ ਸਤੰਬਰ 21 ਦੇ ਦਿਨ। ਉਸ ਤੋਂ ਬਾਅਦ ਉਸ ਨੂੰ ਕਿਸੇ ਨੇ ਨਹੀਂ ਦੇਖਿਆ, ਜਿਸ ਦੇ ਬਾਰੇ ਕਿਹਾ ਗਿਆ ਹੈ ਕਿ ਉਹ ਹਾਈ ਰਿਸਕ ਮਿਸਿੰਗ ਯੂਥ ਹੈ, ਜਿਸ ਦੇ ਲਈ ਜੇਕਰ ਕਿਸੇ ਨੂੰ ਵੀ ਲੀਆ ਕਿਤੇ ਨਜ਼ਰ ਆਉਂਦੀ ਹੈ ਤਾਂ 911 ਤੇ ਫੋਨ ਕਰਕੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ। ਤੇ ਜੇਕਰ ਲੀਆ ਦੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੈ ਤਾਂ ਨਾਨ ਐਮਰਜੈਂਸੀ ਲਾਈਨ ਦੇ ਉੱਤੇ 250 995 76 54 ਦੇ ਉੱਤੇ ਫੋਨ ਕਰਕੇ ਜਾਣਕਾਰੀ ਦਿੱਤੀ ਜਾਵੇ। ਇਸ ਸਮੇਂ ਜੋ ਬਾਰਡਰ ਦੇ ਉੱਤੇ ਹਦਾਇਤਾਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ, ਅਮਰੀਕਾ ਨੇ ਇੱਕ ਪਾਸੇ ਐਲਾਨ ਕੀਤਾ ਹੈ ਕਿ 8 ਨਵੰਬਰ ਤੋਂ ਉਹ ਕੈਨੇਡਾ ਵਾਸੀਆਂ ਦੇ ਲਈ ਲੈਂਡ ਬਾਰਡਰ ਤੇ ਸਮੁੰਦਰੀ ਬਾਰਡਰ ਨੂੰ ਖੋਲ੍ਹ ਦੇਣਗੇ ਗੈਰ ਜ਼ਰੂਰੀ ਟਰੈਵਲ ਦੇ ਵਾਸਤੇ ਵੀ, ਜੋ ਫੁੱਲੀ ਵੈਕਸੀਨੇਟਡ ਨੇ ਉਹਨਾਂ ਦੇ ਲਈ, ਜਿਨ੍ਹਾਂ ਦੇ ਲਈ ਲਾਜ਼ਮੀ ਨਹੀਂ ਹੋਵੇਗਾ ਕਿ ਉਹ ਕੋਵਿਡ-19 ਦੇ ਟੈਸਟ ਦੀ ਰਿਪੋਰਟ ਵੀ ਦਿਖਾਉਣ। ਤਾਂ ਕੁਝ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਵੀ ਮੰਗ ਉੱਠਣ ਲੱਗੀ ਕਿ ਜੋ ਫੁੱਲੀ ਵੈਕਸੀਨੇਟਡ ਕੈਨੇਡਾ ਵਿੱਚ ਆ ਰਹੇ ਨੇ ਇੰਟਰਨੈਸ਼ਨਲ ਯਾਤਰੀ, ਉਹਨਾਂ ਦੇ ਲਈ ਕੋਵਿਡ-19 ਦੇ ਟੈਸਟ ਦੀ ਰਿਪੋਰਟ ਦੇਖਣੀ ਬੰਦ ਕੀਤੀ ਜਾਵੇ। ਤਾਂ ਇਸ ਦੇ ਉੱਤੇ ਕੈਨੇਡਾ ਸਰਕਾਰ ਦੇ ਵੱਲੋਂ ਕੀ ਜਵਾਬ ਦਿੱਤਾ ਗਿਆ ਉਹ ਤੁਹਾਨੂੰ ਇਸ ਰਿਪੋਰਟ ਵਿੱਚ ਦੱਸਾਂਗੇ। ਕੈਨੇਡਾ ਵਿੱਚ ਇੰਟਰਨੈਸ਼ਨਲ ਯਾਤਰੀ ਜੋ ਵੀ ਆ ਰਹੇ ਨੇ, ਬੇਸ਼ੱਕ ਉਹ ਫੁੱਲੀ ਵੈਕਸੀਨੇਟਡ ਹੋਣ ਤਾਂ ਵੀ ਉਹਨਾਂ ਨੂੰ ਹਜੇ ਵੀ ਕੋਵਿਡ-19 ਦਾ ਨੈਗੇਟਿਵ ਟੈਸਟ ਦਿਖਾਉਣਾ ਪਵੇਗਾ, ਜੋ ਰਿਪੋਰਟ ਹੋਵੇਗੀ, ਜਿਸ ਦੇ ਬਾਰੇ ਪਬਲਿਕ ਸੇਫਟੀ ਮੰਤਰੀ ਬਿਲ ਬਲੇਅਰ ਨੇ ਬਿਆਨ ਜਾਰੀ ਕੀਤਾ ਹੈ। ਦਰਅਸਲ ਕੈਨੇਡਾ ਸਰਕਾਰ ਦੇ ਵੱਲੋਂ ਇਹ ਬਿਆਨ ਉਸ ਸਮੇਂ ਜਾਰੀ ਕੀਤਾ ਗਿਆ ਹੈ ਜਦੋਂ ਇੱਕ ਦਿਨ ਪਹਿਲਾਂ ਅਮਰੀਕਾ ਨੇ ਨਵੰਬਰ 8 ਤੋਂ ਆਪਣੇ ਬਾਰਡਰ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਜੋ ਲੈਂਡ ਬਾਰਡਰ ਜਾਂ ਸਮੁੰਦਰੀ ਬਾਰਡਰ ਦੇ ਰਾਹੀਂ ਅਮਰੀਕਾ ਵਿੱਚ ਦਾਖਲ ਹੋਣਗੇ ਫੁੱਲੀ ਵੈਕਸੀਨੇਟਡ, ਉਹਨਾਂ ਨੂੰ ਕੋਵਿਡ-19 ਦੇ ਟੈਸਟ ਦੀ ਰਿਪੋਰਟ ਦਿਖਾਉਣ ਦੀ ਲੋੜ ਨਹੀਂ ਪਵੇਗੀ ਦੇਸ਼ ਦੇ ਵਿੱਚ ਦਾਖਲ ਹੋਣ ਦੇ ਵਾਸਤੇ। ਉਦੋਂ ਤੋਂ ਹੀ ਇਸ ਸਮੇਂ ਮੰਗ ਕੀਤੀ ਜਾ ਰਹੀ ਸੀ ਕਿ ਕੈਨੇਡਾ ਸਰਕਾਰ ਨੂੰ ਵੀ ਇਹ ਫੈਸਲਾ ਲੈਣਾ ਚਾਹੀਦਾ ਹੈ ਕਿ ਕੈਨੇਡਾ ਦੇ ਵਿੱਚ ਜੋ ਗੈਰ ਜ਼ਰੂਰੀ ਟਰੈਵਲ ਦੇ ਵਾਸਤੇ ਫੁੱਲੀ ਵੈਕਸੀਨੇਟਡ ਨੇ ਉਹ ਦਾਖਲ ਵੀ ਹੋ ਰਹੇ ਨੇ ਤਾਂ ਉਸ ਦੇ ਲਈ ਕੋਵਿਡ-19 ਦੇ ਟੈਸਟ ਦੀ ਰਿਪੋਰਟ ਦੇਖਣੀ ਬੰਦ ਕੀਤੀ ਜਾਵੇ ਤਾਂ ਕਿ ਯਾਤਰੀਆਂ ਦੇ ਲਈ ਸੁਖਾਲਾ ਹੋ ਸਕੇ। ਪਰ ਕੈਨੇਡਾ ਸਰਕਾਰ ਦੇ ਵੱਲੋਂ ਫਿਲਹਾਲ ਅਜਿਹਾ ਨਹੀਂ ਕੀਤਾ ਜਾਵੇਗਾ, ਜਿਸ ਦੇ ਬਾਰੇ ਪਬਲਿਕ ਸੇਫਟੀ ਮੰਤਰੀ ਬਿਲ ਬਲੇਅਰ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਨੇ ਜਦੋਂ ਤੱਕ ਇਸ ਦੇ ਉੱਤੇ ਹਦਾਇਤ ਜਾਰੀ ਕੀਤੀ ਹੋਈ ਹੈ, ਜਦੋਂ ਤੱਕ ਉਹਨਾਂ ਦੇ ਵੱਲੋਂ ਇਸ ਦੇ ਉੱਤੇ ਕੋਈ ਹੋਰ ਫੈਸਲਾ ਨਹੀਂ ਸੁਣਾਇਆ ਜਾਂਦਾ, ਉਦੋਂ ਤੱਕ ਕੈਨੇਡਾ ਸਰਕਾਰ ਦੇ ਵੱਲੋਂ ਆਪਣੇ ਪੱਧਰ ਦੇ ਉੱਤੇ ਇਸ ਦੇ ਬਾਰੇ ਫੈਸਲਾ ਨਹੀਂ ਲਿਆ ਜਾਵੇਗਾ, ਕਿਉਂਕਿ ਕੈਨੇਡਾ ਵਾਸੀਆਂ ਦੀ ਸਿਹਤ ਸੰਬੰਧੀ ਸੁਰੱਖਿਆ ਦੇ ਮੱਦੇਨਜ਼ਰ ਇਹ ਲਾਗੂ ਕੀਤਾ ਹੋਇਆ ਹੈ, ਜੋ ਕਿ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪਬਲਿਕ ਹੈਲਥ ਏਜੰਸੀ ਦੇ ਵੱਲੋਂ ਇਸ ਦੇ ਉੱਤੇ ਅੱਗੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਜਾਂਦੀ। ਅਗਲੀ ਖਬਰ ਹੈ ਕੈਨੇਡਾ ਦੀ ਰਾਜਧਾਨੀ ਓਟਵਾ ਤੋਂ, ਜਿੱਥੇ ਕਿ ਇੱਕ ਜਿਮ ਨੂੰ ਬੰਦ ਕੀਤਾ ਗਿਆ ਹੈ। ਕੋਵਿਡ-19 ਦੇ ਮਰੀਜ਼ ਉੱਥੇ ਪਾਏ ਗਏ ਸਨ। ਓਟਵਾ ਪਬਲਿਕ ਹੈਲਥ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਉੱਥੇ ਇੱਕ ਜਿਮ ਵਿੱਚ ਕੋਵਿਡ-19 ਦੇ ਮਰੀਜ਼ ਪਾਏ ਗਏ ਨੇ। 613 ਲਿਫਟ ਜਿਮ ਹੈ
ਜਿਸ ਦੇ ਵਿੱਚ 2 ਜਣੇ ਕੋਵਿਡ-19 ਤੋਂ ਪੋਜ਼ਿਟਿਵ ਪਾਏ ਗਏ ਜੋ ਕਿ ਉਸ ਜਿਮ ਦੇ ਵਿੱਚ ਗਏ ਸਨ। ਸ਼ਨੀਵਾਰ ਨੂੰ ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਅਕਤੂਬਰ 3 ਨੂੰ ਸਵੇਰੇ 9:30 ਵਜੇ ਤੋਂ ਲੈ ਕੇ ਸਵੇਰੇ 10:30 ਵਜੇ ਤੱਕ, ਅਕਤੂਬਰ 8 ਨੂੰ ਸ਼ਾਮ ਦੇ 6:30 ਵਜੇ ਤੋਂ ਲੈ ਕੇ ਸ਼ਾਮ ਦੇ 8:30 ਵਜੇ ਤੱਕ, ਅਕਤੂਬਰ 9 ਨੂੰ ਦੁਪਹਿਰ ਦੇ 12 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਉਹ ਜਿਮ ਦੇ ਵਿੱਚ ਮੌਜੂਦ ਸਨ। 613 ਲਿਫਟ ਜੋ ਕਿ 80 ਜੈਮੀ ਐਵੇਨਿਊ ਦੇ ਉੱਤੇ ਓਟਵਾ ਦੇ ਵਿੱਚ ਇਹ ਜਿਮ ਮੌਜੂਦ ਹੈ, ਜਿਸ ਨੂੰ ਕਿ ਬੰਦ ਕੀਤਾ ਗਿਆ ਕਿਉਂਕਿ ਉੱਥੇ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਗਈ, ਇਹ ਦੱਸਿਆ ਗਿਆ। ਜਿਸ ਤੋਂ ਬਾਅਦ ਇਹ ਵੀ ਹੈ ਕਿ ਜਿਵੇਂ ਉੱਥੇ ਕੋਵਿਡ-19 ਤੋਂ ਮਰੀਜ਼ ਪਾਏ ਗਏ ਨੇ, ਉੱਥੇ ਗਏ ਸਨ, ਜਿਸ ਤੋਂ ਬਾਅਦ ਕੋਵਿਡ-19 ਦੇ ਮਾਮਲੇ ਫੈਲਣ ਦਾ ਖਤਰਾ ਹੋਰ ਜ਼ਿਆਦਾ ਵੱਧ ਜਾਂਦਾ ਹੈ, ਇਹ ਦਾਅਵਾ ਕੀਤਾ ਗਿਆ। ਜਿਸ ਤੋਂ ਬਾਅਦ ਕੁਝ ਦਿਨਾਂ ਦੇ ਵਾਸਤੇ ਇਸ ਜਿਮ ਨੂੰ ਬੰਦ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਕਿਹਾ ਗਿਆ ਕਿ ਇਸ ਜਿਮ ਦੇ ਵਿੱਚ ਜਿੰਨੇ ਵੀ ਵਿਅਕਤੀ ਗਏ ਸਨ, ਜੇਕਰ ਉਹਨਾਂ ਨੂੰ ਦਿਖਾਈ ਦਿੰਦਾ ਕਿ ਕੋਵਿਡ-19 ਦੇ ਕੋਈ ਲੱਛਣ ਉਹਨਾਂ ਦੇ ਵਿੱਚ ਪਾਏ ਜਾਂਦੇ ਨੇ ਤਾਂ ਉਹ ਖੁਦ ਨੂੰ ਕੁਆਰੰਟਾਈਨ ਕਰਨ ਤੇ ਨਾਲ ਹੀ ਕੋਵਿਡ-19 ਦਾ ਟੈਸਟ ਕਰਵਾਇਆ ਜਾਵੇ। ਅੱਗੇ ਜਾਣਕਾਰੀ ਦੇਵਾਂਗੇ ਜੋ ਕੈਲਗਰੀ ਦੇ ਵਿੱਚ ਇੱਕ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ, ਜਿਸ ਦੇ ਬਾਰੇ ਕੱਲ ਵੀ ਅਸੀਂ ਤੁਹਾਨੂੰ ਦੱਸਿਆ ਸੀ, ਜਿਸ ਦੇ ਵਿੱਚ ਹੁਣ ਤੱਕ ਜਾਣਕਾਰੀ ਸਾਹਮਣੇ ਆਈ ਸੀ ਕਿ 4 ਜਣੇ ਜ਼ਖਮੀ ਹੋਏ ਨੇ, ਪਰ ਪੁਲਿਸ ਨੇ ਹੁਣ ਤਾਜ਼ਾ ਜਾਣਕਾਰੀ ਜਾਰੀ ਕੀਤੀ। ਅੱਜ ਉਸ ਦੇ ਬਾਰੇ ਹੁਣ ਤੁਹਾਨੂੰ ਦੱਸਾਂਗੇ। ਕੈਲਗਰੀ ਵਿੱਚ ਇੱਕ ਨੌਜਵਾਨ ਨੇ ਚਾਕੂ ਨਾਲ ਕਈ ਵਿਅਕਤੀਆਂ ਦੇ ਉੱਤੇ ਹਮਲਾ ਕਰ ਦਿੱਤਾ। ਡਾਊਨਟਾਊਨ ਵਿੱਚ ਸਵੇਰੇ 3:15 ਦਾ ਸਮਾਂ ਸੀ ਜਦੋਂ LRT ਸਟੇਸ਼ਨ ਦੇ ਉੱਤੇ 25 ਸਾਲ ਦੇ ਕੈਲਗਰੀ ਦੇ ਰਹਿਣ ਵਾਲੇ ਕੋਨਰ ਡੇਰੀ ਨਾਮਕ ਨੌਜਵਾਨ ਨੇ ਕਈ ਵਿਅਕਤੀਆਂ ਤੇ ਹਮਲਾ ਕਰ ਦਿੱਤਾ। ਕੱਲ ਤੱਕ ਜੋ ਜਾਣਕਾਰੀ ਪੁਲਿਸ ਨੇ ਦੱਸੀ ਸੀ ਉਸ ਦੇ ਵਿੱਚ ਇਹ ਸਾਹਮਣੇ ਆ ਰਿਹਾ ਸੀ ਕਿ 4 ਵਿਅਕਤੀ ਜ਼ਖਮੀ ਹੋਏ ਨੇ ਡਾਊਨਟਾਊਨ ਜੋ ਹਮਲਾ ਹੋਇਆ ਹੈ, ਪਰ ਹੁਣ ਇਸ ਦੇ ਬਾਰੇ ਪੁਸ਼ਟੀ ਕੀਤੀ ਗਈ ਹੈ ਕਿ ਕੋਈ ਵੀ ਚੌਥਾ ਪੀੜਤ ਨਹੀਂ ਹੈ। 3 ਵਿਅਕਤੀ ਹੀ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਉੱਤੇ ਇਸ ਨੌਜਵਾਨ ਨੇ ਹਮਲਾ ਕੀਤਾ, ਜਿਸ ਦੇ ਉੱਤੇ ਵੱਖੋ ਵੱਖਰੇ ਮਾਮਲੇ ਦਰਜ ਕੀਤੇ ਗਏ ਨੇ, ਜਿਸ ਨੂੰ ਕਿ ਸ਼ੁੱਕਰਵਾਰ ਦੀ ਸ਼ਾਮ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਜਿਸ ਦੇ ਬਾਰੇ ਹੁਣ ਦੱਸਿਆ ਗਿਆ ਹੈ ਕਿ ਜੋ ਹਸਪਤਾਲ ਦੇ ਵਿੱਚ ਵਿਅਕਤੀ ਮੌਜੂਦ ਨੇ ਉਹਨਾਂ ਦੇ ਵਿੱਚੋਂ 2 ਦੀ ਹਾਲਤ ਗੰਭੀਰ ਬਣੀ ਹੋਈ ਹੈ, 1 ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਇਸ ਦੇ ਬਾਰੇ ਜੇਕਰ ਕੋਈ ਹੋਰ ਜਾਣਕਾਰੀ ਸਾਹਮਣੇ ਆਵੇਗੀ ਤਾਂ ਤੁਹਾਨੂੰ ਦੱਸਾਂਗੇ, ਪਰ ਪੁਲਿਸ ਨੇ ਕਿਹਾ ਕਿ ਫਿਲਹਾਲ ਕੋਰਨ ਡੇਰੀ ਉਹਨਾਂ ਦੀ ਹਿਰਾਸਤ ਦੇ ਵਿੱਚ ਹੀ ਰਹੇਗਾ, ਜਿਸ ਨੂੰ ਕਿ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਇੱਥੇ ਤੁਹਾਨੂੰ ਉਹ ਖਬਰ ਦੱਸਾਂਗੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਅਕਤੂਬਰ 25 ਜਾਂ 26 ਨੂੰ ਆਪਣੀ ਨਵੀਂ ਕੈਬਨਿਟ ਦਾ ਐਲਾਨ ਕੀਤਾ ਜਾ ਸਕਦਾ ਹੈ, ਜਿਸ ਦੇ ਵਿੱਚ ਇਸ ਸਮੇਂ ਉਮੀਦ ਕੀਤੀ ਜਾ ਰਹੀ ਹੈ ਤੇ ਨਾਲ ਹੀ ਕਿਆਸ ਇੱਥੇ ਲਗਾਏ ਜਾ ਰਹੇ ਨੇ ਕਿ ਜੋ ਨਵੀਂ ਕੈਬਨਿਟ ਦਾ ਐਲਾਨ ਕੀਤਾ ਜਾਵੇਗਾ ਉਸ ਦੇ ਵਿੱਚ ਮੰਤਰੀਆਂ ਦਾ ਫੇਰਬਦਲ ਹੋ ਸਕਦਾ ਹੈ ਕਿ ਜੋ ਪਹਿਲਾਂ ਸਰਕਾਰ ਸੀ ਉਸ ਦੇ ਵਿੱਚ ਜਿਹੜੇ ਮੰਤਰੀ ਸਨ ਉਹਨਾਂ ਨੂੰ ਜਿਹੜੇ ਵਿਭਾਗ ਦਿੱਤੇ ਹੋਏ ਸੀ ਇਸ ਸਮੇਂ ਉਹ ਵਿਭਾਗ ਬਦਲੇ ਜਾ ਸਕਦੇ ਨੇ ਜਾਂ ਫਿਰ ਕਿਸੇ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਵੀ ਜਾ ਸਕਦਾ ਹੈ ਤੇ ਨਵੇਂ ਮੰਤਰੀ ਬਣਾਏ ਜਾ ਸਕਦੇ ਨੇ। ਇਸ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਤੁਹਾਨੂੰ ਦੱਸਦੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਦੋਂ ਤੋਂ ਚੋਣ ਨਤੀਜੇ ਆਏ ਨੇ ਉਸ ਤੋਂ ਬਾਅਦ ਹਜੇ ਤੱਕ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਲਈ ਦੁਬਾਰਾ ਤੋਂ ਸਹੁੰ ਨਹੀਂ ਚੁੱਕੀ ਹੈ ਤੇ ਨਾਲ ਹੀ ਕੈਬਨਿਟ ਮੰਤਰੀਆਂ ਦਾ ਵੀ ਜਦੋਂ ਐਲਾਨ ਹੋਣਾ ਹੈ ਤਾਂ ਉਹਨਾਂ ਦੇ ਵੱਲੋਂ ਵੀ ਹਜੇ ਸਹੁੰ ਚੁੱਕੀ ਜਾਣੀ ਹੈ, ਜਿਸ ਤੋਂ ਬਾਅਦ ਨਵੰਬਰ ਦੇ ਵਿੱਚ ਪਹਿਲੀ ਵਾਰ ਜਿਹੜੀ ਪਾਰਲੀਮੈਂਟ ਹੈ ਇਹਨਾਂ ਚੋਣਾਂ ਤੋਂ ਬਾਅਦ ਬੈਠਣ ਦਾ ਜ਼ਿਕਰ ਕੀਤਾ ਗਿਆ ਹੈ ਕਿ ਇਸ ਦੇ ਬਾਰੇ ਅੱਗੇ ਹੋਰ ਐਲਾਨ ਕੀਤਾ ਜਾਵੇਗਾ। ਪਰ ਫਿਲਹਾਲ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਅਕਤੂਬਰ 25 ਜਾਂ 26 ਨੂੰ ਜਸਟਿਨ ਟਰੂਡੋ ਦੇ ਵੱਲੋਂ ਆਪਣੀ ਨਵੀਂ ਕੈਬਨਿਟ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।